ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰ ਪਿਆਰਿਓ, ਅੱਜ ਆਪਾਂ ਸਾਰੇ ਸ਼੍ਰੀ ਦਰਬਾਰ ਸਾਹਿਬ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮਨਾਮਾ ਸਾਹਿਬ ਦੇ ਵਿਚਾਰ ਕਰੀਏ। ਅੱਜ ਦਾ ਇਹ ਪਾਵਨ ਹੁਕਮਨਾਮਾ ਰਾਗ ਟੋਡੀ ਮਹੱਲਾ ਪੰਜਵਾਂ ਵਿੱਚੋਂ ਸਾਨੂੰ ਬਖਸ਼ਿਸ਼ ਹੋਇਆ ਹੈ। ਇਹ ਬਾਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ, ਜਿਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਗਰਭ ਗਹਿਲੜੋ ਮੂੜੜੋ ਹਿਓਰੇ, ਹਿਓ ਮਹਿਰਾਜ ਰੀ ਮਾਇਓ, ਡੀਹਰ ਨਿਆਹੀ ਮੋਹੇ ਫਾਕਿਓ ਰੇ ਰਹਾਓ। ਪ੍ਰਥਮੇ ਆਪਾਂ ਸਭ ਨੇ ਇਹ ਦੋ ਪੰਕਤੀਆਂ ਦੁਹਰਾਉਣੀਆਂ ਨੇ, ਭਾਰ ਦੋ ਵਾਓ ਪੜ੍ਹਨੀਆਂ ਨੇ। ਉਸ ਤੋਂ ਬਾਅਦ ਇਹਨਾਂ ਦੇ ਅੱਖਰੀ ਅਰਥ ਕਰਨੇ ਨੇ, ਧਿਆਨ ਨਾਲ ਸੁਣਨਾ। ਗਰਭ ਗਹਿਲੜੋ, ਗਰਭ ਤੋਂ ਭਾਵ ਹੈ ਅਹੰਕਾਰ, ਗਹਿਲੜੋ ਤੋਂ ਭਾਵ ਹੈ ਭੁੱਲਿਆ ਹੋਇਆ, ਮੂੜੜੋ ਤੋਂ ਭਾਵ ਹੈ ਮੂੜਾ ਪਾਓ ਮੂਰਖ, ਹੀ ਹੋ ਰੇ ਇਹ ਜਿਹੜਾ ਮੇਰਾ ਮਨ ਹੈ, ਇਹ ਮੇਰਾ ਹਿਰਦਾ ਹੈ, ਇਹ ਮੇਰਾ ਦਿਲ ਹੈ। ਹੁਣ ਧਿਆਨ ਦੇਣਾ, ਇੱਕ ਸ਼ਬਦ ਦੇ ਤੁਸੀਂ ਕਿਤਨੇ ਅਰਥ ਕਰ ਸਕਦੇ ਹੋ ਇੱਕੋ ਜਿਹੇ, ਉਹ ਤੁਹਾਡੀ ਵਿਦਵਤਾ 'ਤੇ ਹੈ। ਗਰਭ ਦੇ ਤੁਸੀਂ ਅਰਥ ਕਰ ਸਕਦੇ ਹੋ, ਅਹੰਕਾਰ ਵੀ ਕਰ ਸਕਦੇ ਹੋ, ਮਾਣ ਵੀ ਕਰ ਸਕਦੇ ਹੋ, ਹਉਮੈ ਵੀ ਕਰ ਸਕਦੇ ਹੋ। ਇਹ ਗਰਭ ਹੈ। ਗਹਿਲੜੋ ਭਾਵ ਉਹਦੇ ਵਿੱਚ ਉਲਝਿਆ ਹੋਇਆ ਮਨ, ਉਲਝਿਆ ਹੋਇਆ ਕਹਿ ਸਕਦੇ ਹੋ, ਫਸਿਆ ਹੋਇਆ ਕਹਿ ਸਕਦੇ ਹੋ, ਬੇਹੋਸ਼ ਕਹਿ ਸਕਦੇ ਹੋ। ਇਸ ਤਰ੍ਹਾਂ ਦੇ ਕਈ ਅਰਥ ਕਰ ਸਕਦੇ ਹੋ। ਮੂੜਲੇ ਦੇ ਅਰਥ ਤੁਸੀਂ ਮੂਰਖ ਕਰ ਸਕਦੇ ਹੋ, ਅਗਿਆਨੀ ਕਰ ਸਕਦੇ ਹੋ, ਬੁੱਧੀਹੀਨ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਇਹਦੇ ਅਰਥ ਕਰ ਸਕਦੇ ਹੋ। ਹਿਓ ਮਹਿਰਾਜ ਰੀ ਮਾਇਓ, ਹਿਓ ਤੋਂ ਭਾਵ ਹੈ ਇਹ ਦਿਲ, ਮਹਿਰਾਜ ਤੋਂ ਭਾਵ ਹੈ ਉਹ ਪਰਮ ਪਿਤਾ ਮਹਾਰਾਜ ਪਰਮਾਤਮਾ, ਰੀ ਤੋਂ ਭਾਵ ਹੈ ਦੀ, ਜਾਂ ਹਿੰਦੀ ਵਿੱਚ ਕਹੀਏ ਤੇ ਕੀ। ਆਮ ਤੌਰ 'ਤੇ ਆਪਾਂ ਕਹਿੰਦੇ ਉਸ ਦੀ ਕਿਰਪਾ ਹੋਈ, ਹਿੰਦੀ ਵਿੱਚ ਆਪਾਂ ਕਹਿੰਦੇ ਉਸ ਕੀ ਕਿਰਪਾ ਹੋਈ। ਅਤੇ ਰਾਜਸਥਾਨੀ ਵਿੱਚ ਕੀ ਜਾਂ ਦੀ ਦੇ ਲਈ ਅੱਖਰ ਜਿਹੜਾ ਵਰਤਿਆ ਜਾਂਦਾ ਹੈ ਉਹ ਹੈ ਰੀ। ਜੇ ਆਪਾਂ ਕਹਿੰਦੇ ਉਸ ਦੀ ਕਿਰਪਾ ਹੋਈ, ਅਤੇ ਰਾਜਸਥਾਨੀ ਵਿੱਚ ਕਹਿੰਦੇ ਨੇ ਉਸ ਰੀ ਕਿਰਪਾ ਹੋਈ, ਰੀ ਵਰਤਦੇ ਨੇ ਉਹ ਦੀ ਦੇ ਲਈ। ਇਹ ਰਾਜਸਥਾਨੀ ਬੋਲੀ ਵਾਲਾ ਸ਼ਬਦ ਹੈ, ਹਿਓ ਮਹਿਰਾਜ ਰੀ ਮਾਇਓ। ਇਹ ਮੇਰਾ ਜਿਹੜਾ ਮਨ ਹੈ ਨਾ, ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਪਰ ਇਹ ਜਿਹੜਾ ਮੇਰਾ ਮਨ ਹੈ, ਇਹ ਮੇਰੀ ਮਾਈ। ਡੀਹਰ ਨਿਆਹੀ ਮੋਏ ਫਾਕਿਓ ਰੇ, ਡੀਹਰ ਭਾਵ ਹੈ ਮੱਛੀ ਜਦੋਂ ਕੁੰਡੇ ਵਿੱਚ ਫਸ ਜਾਂਦੀ ਹੈ, ਉਸ ਛੋਟੇ ਜਿਹੇ ਆਹਾਰ ਦੇ ਲਾਲਚ ਵਿੱਚ, ਮਾਸ ਦੇ ਟੁਕੜੇ ਦੇ ਲਾਲਚ ਵਿੱਚ ਆਪਣੀ ਜਾਨ ਗਵਾ ਲੈਂਦੀ ਹੈ। ਉਸ ਦੀ ਉਦਾਹਰਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਿੰਦੇ ਨੇ। ਡੀਹਰ ਨਿਆਈ ਮੋਹੇ ਫਾਕਿਓ ਰੇ, ਡੀਹਰ ਦੀ ਨਿਆਈ ਭਾਵ ਜਾਲ ਦੇ ਕੁੰਡੇ ਵਿੱਚ ਫਸਣ ਵਾਲੀ ਮੱਛਲੀ ਦੀ ਤਰ੍ਹਾਂ ਮੈਨੂੰ ਇਸ ਮਾਇਆ ਨੇ, ਇਸ ਮਨ ਨੇ ਫਾਕਿਓ ਰੇ ਭਾਵ ਫਸਾ ਲਿਆ ਹੈ। ਇਹ ਇਹਦੇ ਆਖਰੀ ਅਰਥ ਹੋ ਗਏ। ਹੁਣ ਤੁਸੀਂ ਜਦੋਂ ਆਰੰਭਤਾ ਕਰਨੀ ਹੈ, ਹੁਣ ਧਿਆਨ ਦੇਣਾ ਸੁਣਨ ਵਾਲੇ ਸੱਜਣ, ਜਦੋਂ ਤੁਹਾਡੇ ਕੋਲ ਸਮਾਂ ਹੈ 5-7 ਮਿੰਟ ਦੀ ਵਿਚਾਰ ਕਰਨ ਦਾ, ਅਤੇ ਉਦੋਂ ਬਹੁਤੀਆਂ ਸਾਖੀਆਂ ਸੁਣਾਉਣ ਦੀ ਲੋੜ ਨਹੀਂ। ਉਦੋਂ ਤੁਸੀਂ ਆਖਰੀ ਅਰਥ ਹੀ ਕਰ ਸਕਦੇ ਹੋ ਕਿ ਛੋਟੀ ਜਿਹੀ ਸਾਖੀ ਲਗਾ ਸਕਦੇ ਹੋ। ਪਰ ਅਗਰ ਤੁਸੀਂ ਅੱਧਾ ਘੰਟਾ ਕਥਾ ਕਰਨੀ ਹੈ, ਪਹਿਲਾਂ ਤੁਸੀਂ ਅੱਖਰੀ ਅਰਥ ਸਮਝਾਓ, ਫਿਰ ਤੁਸੀਂ ਹਰ ਅੱਖਰ ਦੇ ਨਾਲ ਕੋਈ ਨਾ ਕੋਈ ਸਾਖੀ, ਕੋਈ ਨਾ ਕੋਈ ਕਵਿਤਾ, ਕੋਈ ਕਹਾਣੀ ਸੁਣਾਉਣੀ ਜ਼ਰੂਰੀ ਹੈ। ਉਦਾਹਰਣ ਦੇ ਕੇ ਹੀ ਸਰੋਤੇ ਨੂੰ ਚੰਗੀ ਤਰ੍ਹਾਂ ਸਮਝ ਆ ਸਕਦਾ ਹੈ। ਜਿਸ ਤਰ੍ਹਾਂ ਆਪਾਂ ਗਰਭ ਅੱਖਰ ਦੇ ਪਹਿਲਾਂ ਤਾਂ ਗੁਰਬਾਣੀ ਵਿੱਚੋਂ ਕੋਈ ਉਦਾਹਰਣ ਲੱਭਣੀ ਹੈ ਗਰਭ ਅੱਖਰ ਦੀ, ਜਿਸ ਤਰ੍ਹਾਂ ਮਾਨ ਮੁਨੀ ਮੁਨੀਵਰ ਗਲੇ, ਮਾਨ ਸਭੈ ਕੋ ਖਾਏ, ਇਹ ਮਾਨ ਭਾਵ ਗਰਭ ਦੀ ਉਦਾਹਰਣ ਹੋ ਸਕਦੀ ਹੈ। ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਗਰਭ ਤੋਂ ਉਦਾਹਰਨਾਂ ਜਿਤਨੀਆਂ ਤੁਸੀਂ ਜ਼ਿਆਦਾ ਦੇ ਸਕਦੇ ਹੋ। ਗਰਭ ਤੋਂ ਭਾਵ ਅਹੰਕਾਰ, ਮਾਨ, ਗੁਮਾਨ, ਇਹਦੇ ਨਾਲ ਦੀ ਤੁਸੀਂ ਕੋਈ ਸਾਖੀ ਵੀ ਇਹਦੇ ਵਿੱਚ ਜੋੜ ਸਕਦੇ ਹੋ ਵੀ ਕੋਈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਵੱਡੇ ਵੱਡੇ ਪਹਿਲਵਾਨਾਂ ਨੇ ਅਹੰਕਾਰ ਕੀਤਾ, ਅਤੇ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਅਤੇ ਜਿਹੜੇ ਮਸਕੀਨ ਸਨ ਉਹ ਤੇ ਪਾਰ ਉਤਰ ਗਏ, ਇਹ ਗਰਭ ਵਾਲੇ ਡੁੱਬ ਗਏ। ਗਹਿਲੜੋ ਤੋਂ ਭਾਵ ਹੈ ਉਦਾਹਰਣ ਤੁਸੀਂ ਦੇਣੀ ਹੈ ਭੁੱਲੇ ਹੋਏ ਮਨ ਦੀ। ਗਹਿਲੜੋ ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਬਲੀਆਂ, ਰੇ ਮਨ ਗਹਿਲੇ ਬਾਵਲੇ, ਮਾਣੇ ਕਹਿ ਰਲੀਆਂ। ਉਸ ਤਰ੍ਹਾਂ ਹਰ ਇੱਕ ਅੱਖਰ ਤੋਂ ਤੁਸੀਂ ਉਦਾਹਰਣ ਦੇਣੀ ਹੈ ਕਿਸੇ ਗੁਰਬਾਣੀ ਦੀ ਪੰਕਤੀ ਦੀ, ਭਾਈ ਨੰਦ ਲਾਲ ਦੀ ਗਜ਼ਲਾਂ ਦੀ, ਭਾਈ ਗੁਰਦਾਸ ਜੀ ਦੀ ਵਾਰਾਂ ਦੀ, ਜਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਵਿੱਚੋਂ ਕੋਈ ਨਾ ਕੋਈ ਉਦਾਹਰਣ ਦੇ ਸਕਦੇ ਹੋ। ਇੱਥੇ ਤੁਸੀਂ ਕੋਈ ਕਵਿਤਾ ਵੀ ਸੁਣਾ ਸਕਦੇ ਹੋ। ਗਹਿਲੜੋ ਤੋਂ ਕੋਈ ਅੱਖਰੀ ਅਰਥ ਸਮਝਾ ਸਕਦੇ ਹੋ। ਮੂੜੜੋ ਤੋਂ ਭਾਵ ਹੈ ਮੂਰਖ। ਹੁਣ ਮੂਰਖ ਦੇ ਉੱਤੇ ਕੋਈ ਤੁਸੀਂ ਕਵਿਤਾ ਸੁਣਾ ਸਕਦੇ ਹੋ। ਰੇਮਣ ਮੂੜ ਵਿਲਾ ਮੈਂ ਗਰਭ, ਉਸ ਤਰ੍ਹਾਂ ਦਾ ਕੋਈ ਤੁਸੀਂ ਉਦਾਹਰਣ ਦੇ ਸਕਦੇ ਹੋ। ਜਾਂ ਹਰ ਬਿਸਰਤ ਤੇਰੇ ਗੁਣ ਗੱਲਿਆ ਵਾਲੀ ਤੁਸੀਂ ਉਦਾਹਰਣ ਦੇ ਸਕਦੇ ਹੋ। ਹੀਓ ਰੇ ਤੋਂ ਭਾਵ ਹੈ ਇਹ ਮੇਰੇ ਮਨਾ, ਤੂੰ ਕਿਉਂ ਭੁੱਲਿਆ ਫਿਰਦਾ ਹੈ, ਕਿਸ ਗਰਭ ਦਾ ਤੂੰ ਮਾਣ ਕਰਦਾ ਹੈ। ਹਿਓ ਮਹਿਰਾਜ ਰੀ ਮਾਇਓ,
ਇਹ ਜਿਹੜਾ ਦਿਲ ਹੈ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਪਰ ਇਹ ਮਨ ਉਸ ਪਰਮਾਤਮਾ ਨੂੰ ਭੁਲਾ ਕੇ ਮੱਛੀ ਦੀ ਵਾਂਗੂ ਜਾਲ ਵਿੱਚ ਫਸ ਗਿਆ ਹੈ। ਹੁਣ ਡੀ ਹਰਨਿਆਈ ਤੁਸੀਂ ਮਛਲੀ ਦੀ ਕੋਈ ਉਦਾਹਰਣ ਦੇ ਸਕਦੇ ਹੋ। ਉਦਾਹਰਣ ਤੋਂ ਭਾਵ ਹੈ ਜਿਸ ਤਰ੍ਹਾਂ ਮਛਲੀ ਉਸ ਛੋਟੇ ਜਿਹੇ ਮਾਂਸ ਦੇ ਟੁਕੜੇ ਨੂੰ ਦੇਖ ਕੇ ਉਹਦੇ ਵੱਲ ਚਲੀ ਜਾਂਦੀ ਹੈ ਅਤੇ ਆਪਣੀ ਜਾਨ ਗਵਾ ਬੈਠਦੀ ਹੈ, ਉਸੇ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਵੀ ਕੁਛ ਨਾ ਕੁਛ ਪਾਉਣ ਦੇ ਲਈ, ਜ਼ਰਾ ਜਿੰਨੀ ਚੀਜ਼ ਦੇ ਲਈ ਆਪਣੀ ਜਾਨ ਗਵਾ ਬੈਠਦਾ ਹੈ। ਇਹਦੇ ਲਈ ਤੁਸੀਂ ਉਦਾਹਰਣ ਦੇ ਸਕਦੇ ਹੋ। ਰਾਜੇ ਭਰਥਰੀ ਨੇ ਆਪਣਾ ਵੈਰਾਗ ਸ਼ਤਕ ਲਿਖਿਆ ਹੈ, ਉਹਦੇ ਵਿੱਚ ਕੁਝ ਪੰਕਤੀਆਂ ਆਉਂਦੀਆਂ ਨੇ ਕਿ ਮੈਂ ਤੇ ਸੋਚਦਾ ਸੀ ਮੈਂ ਇਹਨਾਂ ਨੂੰ ਖਾ ਰਿਹਾ। ਮੱਛੀ ਸੋਚਦੀ ਹੈ ਉਹ ਚਾਰੇ ਨੂੰ ਖਾ ਰਹੀ ਹੈ, ਪਰ ਹਕੀਕਤ ਇਹ ਹੈ ਚਾਰਾ ਉਸ ਨੂੰ ਖਾ ਜਾਂਦਾ ਹੈ। ਭੋਗਨ ਹੇਤ ਭੋਗ ਮੈਂ ਭੋਗੇ, ਭੋਗਿਓ ਗਇਓ ਮੂੜ ਮੈਂ ਆਪ। ਰਾਜਾ ਭਰਥਰੀ ਜੀ ਮਹਾਰਾਜ ਵੈਰਾਗ ਸ਼ਤਕ ਅੰਦਰ ਰੱਖਦੇ ਨੇ ਕਿ ਮੈਂ ਤੇ ਭੋਗਦਾ ਸੀ ਭੋਗ, ਗੁੜ ਸਾ ਮੱਖੀ ਖਾਇਆ। ਮੱਖੀ ਸੋਚਦੀ ਹੈ ਉਹ ਗੁੜ ਨੂੰ ਖਾ ਰਹੀ ਹੈ, ਪਰ ਇੱਕ ਵਕਤ ਐਸਾ ਆ ਜਾਂਦਾ ਜਦੋਂ ਗੁੜ ਮੱਖੀ ਨੂੰ ਖਾ ਜਾਂਦਾ। ਤੁਸੀਂ ਇਹੋ ਜਿਹੀਆਂ ਉਦਾਹਰਣਾਂ ਇੱਥੇ ਦੇ ਸਕਦੇ ਹੋ। ਇੱਕ ਕੁੱਤੇ ਵਾਲੀ ਕਹਾਣੀ ਤੁਸੀਂ ਸੁਣਾ ਸਕਦੇ ਹੋ। ਕੁੱਤਾ ਜਿਹੜਾ ਹੱਡੀ ਨੂੰ ਚੂਸਦਾ ਪਰ ਹੱਡੀ ਵਿੱਚੋਂ ਕੋਈ ਰਸ ਤੇ ਆਉਂਦਾ ਨਹੀਂ, ਪਰ ਉਹ ਹੱਡੀ ਨੂੰ ਚੂਸਦਾ ਰਹਿੰਦਾ। ਇੱਕ ਸਮਾਂ ਐਸਾ ਆਉਂਦਾ ਹੱਡੀ ਦੇ ਵਿੱਚੋਂ ਤੇ ਕੁਛ ਨਿਕਲਦਾ ਨਹੀਂ, ਸਗੋਂ ਉਹਦੇ ਮੂੰਹ ਵਿੱਚੋਂ ਆਪ ਲਹੂ ਆਉਣ ਲੱਗ ਪੈਂਦਾ। ਉਸੇ ਲਹੂ ਨੂੰ ਪੀ ਕੇ ਉਹ ਸੋਚਦਾ ਵੀ ਹੱਡੀ ਵਿੱਚੋਂ ਲਹੂ ਨਿਕਲ ਰਿਹਾ। ਤੋ ਇਹੋ ਜਿਹੀਆਂ ਤੁਸੀਂ ਉਦਾਹਰਣਾਂ ਦੇਣੀਆਂ ਨੇ, ਕੋਈ ਪੰਕਤੀ ਲਗਾਉਣੀ ਹੈ, ਕੋਈ ਕਵਿਤਾ ਸੁਣਾਉਣੀ ਹੈ, ਕੋਈ ਸਾਖੀ ਸੁਣਾਉਣੀ ਹੈ। ਇਸ ਤਰੀਕੇ ਦੇ ਨਾਲ ਆਪਣੀ ਕਥਾ ਨੂੰ ਵਿਸਤਾਰ ਦੇਣਾ। ਫਿਰ ਪਾਤਸ਼ਾਹ ਜੀ ਅੱਗੇ ਲਿਖਦੇ ਨੇ ਕਣੋ 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 ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓਰੇ। ਉਦਾਹਰਣਾਂ ਤੁਸੀਂ ਇੱਕ ਤੋਂ ਵੱਧ 2 3 4 ਜਿਤਨੀਆਂ ਮਰਜ਼ੀ ਦੇ ਸਕਦੇ ਹੋ, ਪਰ ਇੱਕ ਗੱਲ ਖਿਆਲ ਰੱਖਣੀ, ਕਦੇ ਵੀ ਵਿਸ਼ੇ ਤੋਂ ਨਹੀਂ ਭਟਕਣਾ। ਕਈ ਤੁਸੀਂ ਸੁਣੇ ਹੋਣੇ ਨੇ ਕਥਾਵਾਚਕ ਜਾਂ ਬੁਲਾਰੇ ਕਥਾ ਕਰਦੇ ਨੇ, ਪ੍ਰਸੰਗ ਕੁਝ ਹੋਰ ਚੱਲ ਰਿਹਾ, ਉਹ ਕੁਝ ਹੋਰ ਸੁਣਾ ਰਹੇ ਹੁੰਦੇ ਨੇ। ਪ੍ਰਕਰਣ ਕਿਸੇ ਹੋਰ ਚੀਜ਼ ਦਾ, ਉਦਾਹਰਣ ਉਹ ਕਿਸੇ ਹੋਰ ਚੀਜ਼ ਦੇ ਰਹੇ ਨੇ। ਨਹੀਂ, ਪ੍ਰਕਰਣ ਦੇ ਨਾਲ ਤੁਹਾਡੀ ਉਦਾਹਰਣ ਜੁੜਦੀ ਹੋਵੇ। ਹੁਣ ਕਣੋਂ ਤੋਂ ਭਾਵ ਹੈ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇਸ ਨੂੰ ਤੁਸੀਂ ਇਸ ਤਰੀਕੇ ਨਾਲ ਬਿਆਨ ਕਰ ਸਕਦੇ ਹੋ। 3 ਵਾਰੀ ਮਹਾਰਾਜ ਨੇ ਲਿਖਿਆ ਕਣੋ 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 ਸਦ ਲੋੜ ਹੈ। ਇੱਕ ਨਾਰਮਲ ਅਵਸਥਾ ਹੈ, ਫਿਰ ਉਸ ਤੋਂ ਹਾਈ ਹੈ, ਫਿਰ ਇਹ ਸੁਪਰਲੇਟਿਵ ਡਿਗਰੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਵੀ ਇਸ ਤੋਂ ਉੱਤੇ ਕੁਛ ਨਹੀਂ ਹੋ ਸਕਦਾ। ਤੀਸਰੀ ਜਿਹੜੀ ਅਵਸਥਾ ਹੈ ਉੱਤਮ, ਅਤੀ ਉੱਤਮ, ਸਰਵੋਤਮ। ਵਧੀਆ, ਉਸ ਤੋਂ ਵਧੀਆ, ਸਭ ਤੋਂ ਵਧੀਆ, ਗੁੱਡ, ਬੈਟਰ, ਬੈਸਟ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਸਭ ਤੋਂ ਵਧੀਆ ਹੋਵੇ, ਭਾਵ ਇਹ ਇਸ ਤੋਂ ਉੱਪਰ ਕੁਛ ਜਾ ਨਹੀਂ ਸਕਦਾ। 3 ਉਦਾਹਰਨਾਂ ਤੁਸੀਂ ਦੇ ਸਕਦੇ ਹੋ। ਜਦੋਂ ਕੋਈ ਤੀਸਰੀ ਉਦਾਹਰਣ ਹੁੰਦੀ ਹੈ ਕਣੋ 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 ਸਦ ਲੋੜ ਹੈ, 1 2 ਮੈਨੀ, ਭਾਵ ਇਸ ਤੋਂ ਜ਼ਿਆਦਾ ਕੁਝ ਹੋਰ ਹੋ ਨਹੀਂ ਸਕਦਾ। ਇਤਨਾ ਜ਼ਿਆਦਾ ਇਹ ਮਨ ਮੰਗਦਾ ਹੈ, ਲੋੜ ਇਸ ਦੀ ਨਹੀਂ ਹੈ ਇਤਨੀ, ਪਰ ਚਾਹੁੰਦਾ ਬਹੁਤ ਜ਼ਿਆਦਾ। ਪਰ ਗੁਰਦੇਵ ਪਿਤਾ ਇੱਕ ਗੱਲ ਨੂੰ ਸਮਝਾਉਣਾ ਚਾਹੁੰਦੇ, ਬਿਨ ਲਹਿਣੇ ਕੈਠੈ ਪਾਇਓਰੇ। ਪਰ ਕੈਠੇ ਤੋਂ ਭਾਵ ਹੈ ਕਿੱਥੋਂ ਤੈਨੂੰ ਮਿਲ ਜਾਏਗਾ। ਬਿਨ ਲਹਿਣੇ, ਲਹਿਣੇ ਤੋਂ ਭਾਵ ਭਾਗ। ਜਿਹੜੀ ਚੀਜ਼ ਤੇਰੇ ਕਰਮਾਂ ਵਿੱਚ ਹੀ ਨਹੀਂ ਹੈ ਉਹ ਤੂੰ ਕਿੱਥੋਂ ਪਾ ਲੇਗਾ। ਚਾਹੀਦਾ ਤੈਨੂੰ ਸਭ ਕੁਝ ਹੈ, ਕਣੋ 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 ਸਦ ਲੋੜ ਹੈ, ਬਿਨ ਲਹਿਣੇ ਕੈਠੈ ਪਾਇਓਰ। ਪਰ ਤੇਰੇ ਭਾਗ ਤੇ ਨਹੀਂ ਹੈਗੇ, ਤੇ ਭਾਗ ਬਣਦੇ ਨੇ ਕਰਮਾਂ ਤੋਂ, ਕਰਮ ਬਣਦੇ ਨੇ ਉਦਮ ਤੋਂ। ਇਸ ਗੱਲ ਨੂੰ ਵੀ ਖਿਆਲ ਕਰ ਲੈਣਾ। ਸਿਰਫ ਕਿਸਮਤ ਕੋਈ ਚੀਜ਼ ਨਹੀਂ ਹੁੰਦੀ, ਜੇਕਰ ਉਦਮ ਨਾਲ ਨਾ ਹੋਵੇ। ਤੇ ਮਿਹਨਤ ਵੀ ਨਾਲ ਕਰਨੀ ਹੈ, ਉਦਮ ਵੀ ਨਾਲ ਕਰਨੇ। ਕਰਮ ਆਪਣੇ ਆਪ ਬਣਾਉਣੇ ਪੈਂਦੇ ਨੇ ਤੁਹਾਡੇ। ਅੱਜ ਦੇ ਕੀਤੇ ਹੋਏ ਕਰਮ ਕੱਲ ਨੂੰ ਤੁਹਾਡੇ ਭਾਗ ਬਣਨਗੇ। ਸਾਹਿਬ ਕਹਿੰਦੇ ਨੇ ਪਹਿਲਾਂ ਤੂੰ ਕਦੇ ਕੋਈ ਕੋਸ਼ਿਸ਼ ਕੀਤੀ ਨਹੀਂ, ਹੁਣ ਤੈਨੂੰ ਬਹੁਤ ਕੁਝ ਕਿਵੇਂ ਮਿਲ ਜਾਏ। ਤੇ ਗੁਰਦੇਵ ਪਿਤਾ ਸਮਝਾਉਂਦੇ ਨੇ ਮਹਿਰਾਜ ਰੋ ਗਾਥ ਵਾਹੂ ਸਿਉ ਲਿਬੜਿਓ। ਤੇਰੇ ਭਾਗ ਕਿਵੇਂ ਬਣ ਜਾਣ। ਮਹਿਰਾਜ ਤੋਂ ਭਾਵ ਪਰਮਾਤਮਾ, ਰੋ ਤੋਂ ਭਾਵ ਹੈ ਦਾ। ਇੱਥੇ ਜਿਸ ਤਰ੍ਹਾਂ ਮੈਂ ਸਮਝਾਇਆ ਸੀ ਕੀ ਅਤੇ ਦੀ ਦਾ ਫਰਕ ਹੈ। ਇਹ ਰਾਜਸਥਾਨੀ ਬੋਲੀ ਹੈ, ਰਾਜਸਥਾਨੀ ਬੋਲੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਗਿਆ ਹੈ। ਮਹਿਰਾਜ ਰੋ ਗਾਥ, ਇਹ ਤੇ ਮਹਾਰਾਜ, ਰੋ ਤੋਂ ਭਾਵ ਹੈ ਦਾ। ਮਹਾਰਾਜ ਦਾ, ਗਾਥ ਭਾਵ ਇਹ ਸਰੀਰ ਦਿੱਤਾ ਹੋਇਆ ਹੈ। ਪਰ ਤੂੰ ਮਹਾਰਾਜ ਪ੍ਰਭਾਵ ਪਰਮਾਤਮਾ ਦੇ ਦਿੱਤੇ ਹੋਏ ਸਰੀਰ ਦੇ, ਜਿਸ ਨੇ ਦਿੱਤਾ ਸੀ ਸਰੀਰ ਦੇਣ ਵਾਲੇ ਦਾ, ਤਾਂ ਤੂੰ ਸ਼ੁਕਰ ਕੀਤਾ ਨਹੀਂ, ਸਗੋਂ ਸਰੀਰ ਨੂੰ ਚਿੰਬੜ ਕੇ ਬੈਠ ਗਿਆ। ਇਹਦੀ ਉਦਾਹਰਣ ਤੁਸੀਂ ਦੇਣੀ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਤੂੰ ਲੈ ਲਈ ਹੈ, ਦਾਤਾਰ ਤੈਨੂੰ ਵਿਸਰ ਗਿਆ। ਚੀਜ਼ ਤੂੰ ਲੈ ਲਈ ਹੈ, ਦੇਣਹਾਰਾ ਤੈਨੂੰ ਵਿਸਰ ਗਿਆ। ਵਾਹੂ ਸਿਉ ਲੁਬੜਿਓ। ਵਾਹੂ ਭਾਵ ਉਸ ਸਰੀਰ ਤੋਂ ਤੂੰ ਚਿੰਬੜ ਕੇ ਬੈਠ ਗਿਆ, ਪਰ ਜਿਸ ਨੇ ਤੈਨੂੰ ਸਰੀਰ ਦਿੱਤਾ ਸੀ ਉਹਦਾ ਸ਼ੁਕਰ ਨਹੀਂ ਕੀਤਾ। ਮੰਨ ਲਓ ਮਾਤਾ ਸਾਡੇ ਲਈ ਪ੍ਰਸ਼ਾਦਾ ਪਕਾਉਂਦੀ ਹੈ, ਸਾਨੂੰ ਪ੍ਰਸ਼ਾਦਾ ਦੇ ਕੇ ਆਉਂ ਜਾਂਦੀ, ਅਸੀਂ ਪ੍ਰਸ਼ਾਦੇ ਨੂੰ ਤਾਂ ਚਿੰਬੜ ਜਾਂਦੇ, ਮਾਂ ਦਾ ਇੱਕ ਵਾਰੀ ਸ਼ੁਕਰ ਨਹੀਂ ਅਦਾ ਕਰਦੇ। ਮਾਲਕ ਤੋਂ ਚੀਜ਼ਾਂ ਤੇ ਲੈ ਆਉਂਦੇ ਆ, ਆਪਣੇ ਮਾਲਕ ਨੂੰ ਕਦੇ ਧੰਨਵਾਦ ਨਹੀਂ ਦਿੱਤਾ। ਸਗੋਂ ਚੀਜ਼ ਉਦੋਂ ਤੱਕ ਆ ਹੀ ਨਹੀਂ ਸੀ ਸਕਦੀ ਜੇ ਮਾਲਕ ਨਾ ਦਿੰਦਾ। ਤੇ ਸ਼ੁਕਰ ਤੇ ਮਾਲਕ ਦਾ ਕਰਨਾ ਚਾਹੀਦਾ ਸੀ, ਚੀਜ਼ ਨੂੰ ਚਿੰਬੜ ਕੇ ਬੈਠ ਜਾਂਦੇ ਆ। ਫਿਰ ਪਾਤਸ਼ਾਹ ਕਹਿੰਦੇ ਐਸੇ ਗੱਲ ਤੋਂ ਤੇਰੇ ਮੰਦੇ ਭਾਗਾਂ ਦਾ ਜਨਮ ਹੁੰਦਾ ਹੈ। ਨਹਿ ਭਾਗੜੋ ਭਾਏ ਸੰਜੋਇਓ ਰੇ।
ਕਰਮ ਕਿਵੇਂ ਬਣਦੇ ਸੀ? ਤੇਰੇ ਕਿਰਤ ਕਰਕੇ। ਕਿਰਤ ਤੇਰੀ ਮੰਦੀ ਹੋ ਗਈ, ਭਾਵ ਤੂੰ ਪਰਮਾਤਮਾ ਨੂੰ ਭੁਲਾ ਬੈਠਾ, ਇਸ ਕਰਕੇ ਤੇਰੇ ਭਾਗ ਵੀ ਮੰਦੇ ਹੋ ਗਏ। ਜਿਹੜਾ ਤੇਰਾ ਕੋਈ ਭਾਗਾਂ ਵਿੱਚ ਲਿਖਿਆ ਜਾਣਾ ਸੀ, ਨੇ ਭਾਗੜੋ, ਭਾਵ ਆਪਾਂ ਕਹਿ ਦਿੰਦੇ ਹਾਂ ਬੁਰੀ ਕਿਸਮਤ ਵਾਲਾ, ਮੰਦੀ ਕਿਸਮਤ ਵਾਲਾ। ਪਰ ਇਹ ਮੰਦੀ ਕਿਸਮਤ ਵੀ ਅਸੀਂ ਆਪੇ ਬਣਾਈ ਹੈ, ਜਦੋਂ ਪਰਮਾਤਮਾ ਦੀ ਬਜਾਏ ਉਸ ਦੀ ਦਿੱਤੀ ਹੋਈ ਦਾਤ ਨੂੰ ਸੰਭਾਲਿਆ। ਲੋਬੜਿਓ ਤੋਂ ਭਾਵ ਹੈ ਲਾਲਚ ਵਿੱਚ ਫਸ ਗਿਆ। ਨੇ ਭਾਗੜੋ ਤੋਂ ਭਾਵ ਹੈ ਬੰਦੇ ਕਰਮਾਂ ਵਾਲਾ। ਭਾਏ ਸੰਜੋਇਓ ਰੇ, ਭਾਏ ਤੋਂ ਭਾਵ ਹੈ ਅੱਗ, ਸੰਜੋਇਓ ਤੋਂ ਭਾਵ ਹੈ ਇਕੱਠੀ ਕਰੀ ਜਾਂਦਾ। ਤੂੰ ਆਪਣੇ ਪੁੰਨ ਤੇ ਇਕੱਠੇ ਕਰਦਾ ਨਹੀਂ, ਚੰਗੇ ਕਰਮ ਤੇ ਬਣਾਉਂਦਾ ਨਹੀਂ, ਤੂੰ ਅੱਗ ਇਕੱਠੀ ਕਰੀ ਜਾਂਦਾ ਜੋ ਤੇਰੇ ਕਰਮਾਂ ਨੂੰ, ਜੋ ਵੀ ਕੁਝ ਚੰਗਾ ਕੀਤਾ ਉਹਨਾਂ ਨੂੰ ਸਾੜ ਦੇਗੀ। ਐਸਾ ਕਦੋਂ ਹੁੰਦਾ? ਜਦ ਤੂੰ ਦਿੱਤੀ ਹੋਈ ਦਾਤ ਦੇ ਬਜਾਏ, ਸ਼ੁਕਰ ਕਰਨ ਦੇ ਬਜਾਏ ਉਸ ਦਾਤ ਨੂੰ ਸੰਭਾਲ ਕੇ ਬੈਠ ਜਾਂਦਾ, ਦਾਤੇ ਨੂੰ ਭੁੱਲ ਜਾਂਦਾ। ਇਹ ਅਕਰਤ ਕਰਨ ਵਾਲੀ ਗੱਲ ਹੈ। ਸੋ ਪਾਤਸ਼ਾਹ ਅੱਗੇ ਸਮਝਾਉਂਦੇ ਨੇ, ਸੁਣ ਮਨ ਸੀਖ ਸਾਧੂ ਜਨ ਸਗਲੋ। ਐ ਮੇਰੇ ਮਨ, ਤੂੰ ਇਹ ਗੱਲ ਧਿਆਨ ਨਾਲ ਉਹਨਾਂ ਸਾਧੂਆਂ ਪਾਸੋਂ ਸਿੱਖ। ਉਹਨਾਂ ਸਾਧੂਆਂ ਦੀ ਇਹ ਸਿੱਖਿਆ ਹੈ ਕਿਹੜੀ? ਥਾਰੇ ਸਗਲੇ ਪ੍ਰਾਚਤ ਮਿਟਿਓਰੀ। ਤੂੰ ਉਹਨਾਂ ਸਾਧੂਆਂ ਪਾਸੋਂ ਇਹ ਗੱਲ ਸਿੱਖ ਲੈ ਕਿ ਤੂੰ ਪਰਮਾਤਮਾ ਨੂੰ ਸੰਭਾਲ। ਕਿਹੜੀ ਸਿੱਖਿਆ ਜੀ ਉਹਨਾਂ ਦੀ? ਕਿਹੜੀ ਸਿੱਖਿਆ ਦਿੰਦੇ ਨੇ ਉਹ? ਜਾਪੋ ਲਹਿਣੋ ਮਹਾਰਾਜਰੀ ਗੰਠੜਿਓ। ਸਾਧੂ ਜਨ ਤੈਨੂੰ ਕੀ ਸਿੱਖਿਆ ਦਿੰਦੇ ਨੇ? ਵੀ ਜਿਹਦੇ ਲਹਿਣੇ ਭਾਵ ਭਾਗਾਂ ਦੇ ਵਿੱਚ, ਜਿਹਦੇ ਕਰਮਾਂ ਦੇ ਵਿੱਚ ਮਹਾਰਾਜਰੀ ਗੰਠੜਿਓ, ਮਹਾਰਾਜਰੀ ਗੰਠੜਿਓ, ਜਿਸਨੇ ਪਰਮਾਤਮਾ ਦਾ ਨਾਮ ਆਪਣੇ ਪੱਲੇ ਬੰਨ ਲਿਆ। ਇਸ ਤਰੀਕੇ ਨਾਲ ਸਾਧੂ ਜਨ ਸਿੱਖਿਆ ਦਿੰਦੇ ਨੇ ਕਿ ਜੇ ਤੂੰ ਚਾਹੁੰਦਾ ਤੇਰੇ ਕਰਮ ਚੰਗੇ ਹੋਣ ਤੇ ਤੂੰ ਜ਼ਰੂਰੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਪੱਲੇ ਬੰਨੇ। ਜਿਨ੍ਹਾਂ ਨੇ ਸਾਧੂਆਂ ਦੀ ਸਿੱਖਿਆ ਮੰਨ ਲਈ ਹੈ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਗਰਭਾਸ ਤੋਂ ਭਾਵ ਹੈ ਗਰਭ ਵਿੱਚ ਨਾ ਪੜ, ਪੌੜਿਓ ਤੋਂ ਭਾਵ ਹੈ ਦੁਬਾਰਾ ਗਰਭ ਵਿੱਚ ਨਹੀਂ ਪੈਂਦਾ। ਸੋ ਇਹ ਉਦਾਹਰਣਾਂ, ਇਹ ਸਾਖੀਆਂ, ਹਰ ਅੱਖਰ ਦੇ ਅਰਥ ਇੱਕ ਤੋਂ ਜ਼ਿਆਦਾ ਤੁਸੀਂ ਕਰ ਸਕਦੇ ਹੋ, ਪਰ ਉਹ ਆਪਸ ਵਿੱਚ ਪਰਿਆਇਵਾਚੀ ਹੋਣ, ਇੱਕ ਦੂਸਰੇ ਦੇ ਪੂਰਕ ਹੋਣ ਨਾਮ। ਐਸਾ ਨਹੀਂ ਤੁਸੀਂ ਕੋਈ ਹੋਰ ਅਰਥ ਕਰੀ ਜਾ ਰਹੇ ਹੋ। ਜਿਤਨੇ ਜ਼ਿਆਦਾ ਤੁਸੀਂ ਡੂੰਘੇ ਅਰਥ ਕਰੋਗੇ, ਜਿਤਨੇ ਜ਼ਿਆਦਾ ਤੁਸੀਂ ਸੋਹਣੇ ਅਰਥ ਕਰੋਗੇ, ਜਿਤਨੀਆਂ ਸੋਹਣੀਆਂ ਸਾਖੀਆਂ ਤੁਸੀਂ ਸੁਣਾਓਗੇ, ਉਤਨੇ ਹੀ ਜਲਦੀ ਲੋਕ ਤੁਹਾਨੂੰ ਮੰਨਣਗੇ। ਤੁਹਾਡੀ ਵਿਦਵਤਾ ਦਾ ਅਸਰ ਉਹਨਾਂ 'ਤੇ ਹੋਏਗਾ। ਸੋ ਜਿਤਨੀ ਔਖੀਆਂ ਚੀਜ਼ਾਂ, ਔਖੀਆਂ ਮਹਿੰਗੀਆਂ ਚੀਜ਼ਾਂ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, ਭਾਈ ਗੁਰਦਾਸ ਜੀ ਦੇ ਕਵਿਤ, ਉਹ ਮੈਂ ਤੁਹਾਨੂੰ ਕੱਲ੍ਹ ਨੂੰ ਨਾਲ ਲਾ ਕੇ ਸਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਭਾਈ ਨੰਦ ਲਾਲ ਦੀ ਗਜ਼ਲਾਂ ਲੱਗ ਸਕਦੀਆਂ ਨੇ, ਕਿੱਥੇ ਭਾਈ ਗੁਰਦਾਸ ਜੀ ਦੇ ਕਵਿਤ ਲੱਗ ਸਕਦੇ ਨੇ, ਕਿੱਥੇ ਕੋਈ ਹੋਰ ਕਵਿਤਾ ਲੱਗ ਸਕਦੀ ਹੈ। ਜਿਹੜੇ ਸ਼ੁਰੂਆਤੀ ਹਜੇ ਕਥਾ ਕਰਨੀ ਜਿਹਨਾਂ ਨੇ ਸ਼ੁਰੂ ਕੀਤੀ ਹੈ, ਉਹਨਾਂ ਨੂੰ ਜ਼ਰੂਰੀ ਹੈ ਹਜੇ ਉਹ ਗੁਰਬਾਣੀ ਦੀ ਪੰਕਤੀਆਂ ਲਗਾਉਣ। ਜਿਸ ਤਰ੍ਹਾਂ ਮੈਂ ਆਖਿਆ, ਗਰਭ ਦੇ ਨਾਲ, ਗਹਿਲੜੋ ਦੇ ਨਾਲ, ਮੂੜੜੋ ਦੇ ਨਾਲ, ਹੀਓ ਦੇ ਨਾਲ, ਇਸ ਤਰੀਕੇ ਦੇ ਨਾਲ ਪਹਿਲੀਆਂ ਕੁਝ ਪੰਕਤੀਆਂ ਦੇ ਨਾਲ, ਹਰ ਅੱਖਰ ਦੇ ਨਾਲ ਕੋਈ ਨਾ ਕੋਈ ਉਦਾਹਰਣ ਜ਼ਰੂਰ ਦਿਆ ਕਰੋ, ਕੋਈ ਨਾ ਕੋਈ ਸਾਖੀ ਜ਼ਰੂਰ ਸੁਣਾਇਆ ਕਰੋ। ਪ੍ਰਸੰਗ ਦੇ ਨਾਲ ਲੱਗਦੀ ਹੋਈ ਕੋਈ ਸਾਖੀ ਸੁਣਾਓ ਤਾਂ ਕਿ ਸਰੋਤੇ ਸਾਖੀ ਨਾਲ ਸੁਣ ਕੇ ਟਿਕ ਜਾਇਆ ਕਰਦੇ ਨੇ। ਸਾਖੀ ਵਿੱਚ ਇੱਕ ਉਹਨਾਂ ਨੂੰ ਰਸ ਆਇਆ ਕਰਦਾ ਵੀ ਹੁਣ ਕੀ ਹੋਏਗਾ, ਇਸ ਤੋਂ ਅੱਗੇ ਕੀ ਹੋਏਗਾ। ਅਤੇ ਸਾਖੀ ਤੋਂ ਹੀ ਉਹ ਸਿੱਖਦੇ ਨੇ ਕਿ ਜੋ ਉਹਦੇ ਨਾਲ ਸਾਖੀ ਵਿੱਚ ਹੋਇਆ ਕਿ ਮੇਰੇ ਨਾਲ ਵੀ ਹੋ ਸਕਦਾ। ਗੁਰੂਆਂ ਦੀ ਸਾਖੀਆਂ ਆਪਾਂ ਤਾਈਓ ਸੁਣਾਉਂਦੇ ਹਾਂ ਤਾਂ ਕਿ ਉਹਨਾਂ ਸਾਖੀਆਂ ਨੂੰ ਸੁਣ ਕੇ ਅੱਜ ਦੀ ਸੰਗਤ ਦੇ ਮਨ ਅੰਦਰ ਵੀ ਇਹ ਗੱਲ ਆ ਜਾਏ ਕਿ ਜੋ ਉਹਨਾਂ ਦਾ ਭਲਾ ਹੋਇਆ, ਕਿਤੇ ਮੇਰਾ ਵੀ ਭਲਾ ਗੁਰੂ ਘਰ ਆ ਕੇ ਹੋ ਜਾਏ। ਸੋ ਸਾਖੀਆਂ ਲੋਕਾਂ ਨੂੰ ਜੋੜਦੀਆਂ ਨੇ, ਸੰਗਤ ਨੂੰ ਜੋੜਦੀਆਂ ਨੇ। ਸੋ ਸਾਖੀਆਂ ਜ਼ਰੂਰ ਸੁਣਾਉਣੀਆਂ। ਗੁਰਬਾਣੀ ਉਸ ਸਾਖੀ ਨੂੰ ਹੋਰ ਡੂੰਘਾ ਕਰਦੀ ਹੈ, ਉਸ ਵਿੱਚ ਹੋਰ ਅਸਰ ਪੈਦਾ ਕਰਦੀ ਹੈ। ਸੇ ਸਾਖੀਆਂ, ਇਹ ਗੁਰਬਾਣੀ ਦੀਆਂ ਪੰਕਤੀਆਂ, ਇਹ ਕਥਾਵਾਂ ਜ਼ਰੂਰ ਸੁਣਾਉਣੀਆਂ, ਤਾਈਓ ਆਪਣੀ ਕਥਾ ਨੂੰ ਵਿਸਤਾਰ ਦੇਣਾ। ਇਹਦੇ ਨਾਲ ਹੀ ਕਥਾ ਕਰਨੀ ਸਾਨੂੰ ਆ ਸਕਦੀ ਹੈ। ਸੋ ਜੋ ਵੀ ਦਾਸ ਨੇ ਸੁਣਾਇਆ ਹੈ ਉਹ ਆਪ ਸਾਰਿਆਂ ਨੇ ਸੁਣਨਾ। ਅਤੇ ਜੇ ਤੁਹਾਨੂੰ ਚੰਗਾ ਲੱਗਦਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਅਤੇ ਆਪ ਜੋ ਵੀ ਸੁਣਦਾ ਹੈ ਉਹ ਕਮੈਂਟ ਜ਼ਰੂਰ ਕਰਿਆ ਕਰੋ ਥੱਲੇ YouTube ਦੇ ਚੈਨਲ ਦੇ, ਤਾਂ ਕਿ ਪਤਾ ਲੱਗ ਜਾਏ ਤੁਸੀਂ ਇਹ ਕਥਾ ਸੁਣ ਲਈ ਹੈ। ਅਤੇ ਜੋ ਵੀ ਕੁਛ ਇਹਦੇ ਵਿੱਚ ਚੰਗਾ ਲੱਗਿਆ ਹੋਵੇ ਤੁਸੀਂ ਉੱਥੇ ਆਪਣੇ ਕਮੈਂਟ ਵੀ ਲਿਖ ਸਕਦੇ ਹੋ ਅਤੇ ਬਾਕੀਆਂ ਨਾਲ ਵੀ ਅੱਗੇ ਸ਼ੇਅਰ ਕਰ ਸਕਦੇ ਹੋ ਜੀ। ਕੀਰਤਨ ਸੁਣਾਉਣ ਵਾਲੇ, ਤਬਲਾ ਸਿਖਾਉਣ ਵਾਲੇ ਬੇਅੰਤ ਨੇ, ਪਰ ਕਥਾ ਸਿਖਾਉਣ ਵਾਲੇ ਮੈਨੂੰ ਤੇ ਹੋਰ ਕੋਈ ਲੱਭਿਆ ਨਹੀਂ। ਤੇ ਤੁਸੀਂ ਵੀ ਕੋਸ਼ਿਸ਼ ਕਰੋ ਇਸ ਗੱਲ ਨੂੰ, ਇਹ ਛੋਟੀ ਜਿਹੀ ਕੋਸ਼ਿਸ਼ ਨੂੰ ਅੱਗੇ ਤੱਕ ਪਹੁੰਚਾਓ ਤਾਂ ਕਿ ਮੇਰਾ ਵੀ ਉਪਰਾਲਾ ਸਫਲ ਹੋਵੇ ਜੀ। ਸੋ ਅੱਜ ਦੇ ਲਈ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸਾਰਿਆਂ ਨੇ ਕਥਾ ਸੁਣਨ ਤੋਂ ਬਾਅਦ ਆਪੋ ਆਪਣੇ ਕਮੈਂਟ ਵਿੱਚ ਹਾਜ਼ਰੀ ਲਗਵਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।